ਸਾਲ 1877 ਦੀਆਂ ਗਰਮੀਆਂ ਜ਼ਰਾ ਸੋਚੋ। ਮੌਸਮ ਇੰਨਾ ਖੌਫਨਾਕ ਸੀ ਕਿ ਇਕੱਲੇ ਬ੍ਰਿਟਿਸ਼ ਇੰਡੀਆ ਦੀ ਮਦਰਾਸ ਪ੍ਰੈਜ਼ੀਡੈਂਸੀ ਵਿੱਚ ਲੱਖਾਂ ਲੋਕ ਸਿਰਫ ਭੁੱਖਮਰੀ ਨਾਲ ਮਾਰੇ ਗਏ ਸਨ। ਇਸ ਇੱਕੋ ਅਕਾਲ ਨੇ ਭਾਰਤ ਨੂੰ ਅੰਦਰੋਂ ਬਿਲਕੁਲ ਖੋਖਲਾ ਕਰ ਦਿੱਤਾ ਸੀ। ਪਰ ਹੈਰਾਨੀ ਦੀ ਗੱਲ ਇਹ ਸੀ ਕਿ ਇਹ ਤਬਾਹੀ ਸਿਰਫ ਭਾਰਤ ਤੱਕ ਹੀ ਸੀਮਤ ਨਹੀਂ ਸੀ। ਅੱਜ ਆਪਾਂ ਇੱਕ ਅਜਿਹੇ ਵਿਸ਼ਾਲ ਆਲਮੀ ਕੁਦਰਤੀ ਵਰਤਾਰੇ ਦੀ ਗੱਲ ਕਰਨ ਜਾ ਰਹੇ ਹਾਂ ਜੋ ਮੁੜ ਤੋਂ ਸਾਡੇ ਦਰਵਾਜ਼ੇ ਤੇ ਦਸਤਕ ਦੇ ਰਿਹਾ ਹੈ। ਹੁਣ ਡਾਟਾ ਦੇਖੋ, 1877 ਵਿੱਚ ਜੋ ਭਾਰਤ ਵਿੱਚ ਹੋਇਆ, ਠੀਕ ਉਸੇ ਸਾਲ ਚੀਨ ਵਿੱਚ ਵੀ ਇੱਕ ਭਿਆਨਕ ਅਕਾਲ ਪਿਆ ਜਿੱਥੇ 2 ਤੋਂ 3 ਕਰੋੜ ਲੋਕਾਂ ਦੀ ਜਾਨ ਚਲੀ ਗਈ। ਬ੍ਰਾਜ਼ੀਲ ਵਿੱਚ ਵੀ ਲਗਭਗ 20 ਲੱਖ ਲੋਕ ਮਾਰੇ ਗਏ। ਇਸ ਇਤਿਹਾਸਿਕ ਵਿਸ਼ਵਵਿਆਪੀ ਤਬਾਹੀ ਦਾ ਮੂਲ ਕਾਰਨ ਕੋਈ ਜੰਗ ਜਾਂ ਬਿਮਾਰੀ ਨਹੀਂ ਸੀ। ਇਹ ਪੇਰੂ ਦੇ ਮਛੇੜਿਆਂ ਵੱਲੋਂ ਨਾਮ ਦਿੱਤਾ ਗਿਆ ਇੱਕ ਕੁਦਰਤੀ ਵਰਤਾਰਾ ਸੀ ਜਿਸ ਨੂੰ ਅਸੀਂ ਅੱਜਕੱਲ ਅਲ ਨੀਨੋ ਯਾਨੀ ਐਲ ਨੀਨੋ ਕਹਿੰਦੇ ਹਾਂ। ਵੈਸੇ ਇਸ ਤੋਂ ਪਹਿਲਾਂ ਕਿ ਆਪਾਂ ਅਲ ਨੀਨੋ ਦੀ ਪਿੱਛੇ ਦੀ ਡੂੰਘੀ ਸਾਇੰਸ ਨੂੰ ਡੀਕੋਡ ਕਰੀਏ, ਫਟਾਫਟ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਸਾਡਾ ਮਕਸਦ ਬਿਲਕੁਲ ਸਾਫ਼ ਹੈ, ਅਜਿਹੇ ਗੁੰਝਲਦਾਰ ਪਰ ਬੇहद ਜ਼ਰੂਰੀ ਮੁੱਦਿਆਂ ਨੂੰ ਬਿਲਕੁਲ ਸਪਸ਼ਟ ਅਤੇ ਆਸਾਨ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਾਉਣਾ, ਤਾਂ ਜੋ ਆਪਾਂ ਸਾਰੇ ਆਉਣ ਵਾਲੇ ਕੱਲ ਲਈ ਤਿਆਰ ਰਹਿ ਸਕੀਏ। ਚਲੋ ਸਭ ਤੋਂ ਪਹਿਲਾਂ ਸਮਝਦੇ ਹਾਂ ਕਿ ਆਖਿਰ ਇਹ ਅਲ ਨੀਨੋ ਹੈ ਕੀ ਬਲਾ ਅਤੇ ਇਹ ਕੰਮ ਕਿਵੇਂ ਕਰਦਾ ਹੈ। ਦੇਖੋ, ਸਿੱਧੇ ਲਫ਼ਜ਼ਾਂ ਵਿੱਚ ਕਹੀਏ ਤਾਂ ਅਲ ਨੀਨੋ ਅਸਲ ਵਿੱਚ ਪ੍ਰਸ਼ਾਂਤ ਮਹਾਸਾਗਰ ਦੇ ਪਾਣੀ ਦਾ ਅਸਧਾਰਨ ਤੌਰ ਤੇ ਗਰਮ ਹੋ ਜਾਣਾ ਹੈ। ਇਹ ਕੋਈ ਛੋਟੀ-ਮੋਟੀ ਗੱਲ ਨਹੀਂ ਹੈ। ਜਦੋਂ ਖਰਬਾਂ ਲੀਟਰ ਪਾਣੀ ਇੱਕੋ ਸਮੇਂ ਗਰਮ ਹੁੰਦਾ ਹੈ ਨਾ, ਤਾਂ ਇੰਨੀ ਜ਼ਿਆਦਾ ਊਰਜਾ ਅਤੇ ਗਰਮੀ ਪੈਦਾ ਹੁੰਦੀ ਹੈ ਕਿ ਸਾਡੀ ਧਰਤੀ ਦੀਆਂ ਹਵਾਵਾਂ, ਬਾਰਿਸ਼ ਅਤੇ ਮੌਸਮ ਦੇ ਪੂਰੇ ਪੈਟਰਨ ਨੂੰ ਉਲਟਾ ਕਰਕੇ ਰੱਖ ਦਿੰਦੀ ਹੈ। ਆਮ ਹਾਲਾਤਾਂ ਵਿੱਚ ਕੀ ਹੁੰਦਾ ਹੈ? ਵਪਾਰਿਕ ਹਵਾਵਾਂ ਯਾਨੀ ਟ੍ਰੇਡ ਵਿੰਡਸ ਦੱਖਣੀ ਅਮਰੀਕਾ ਵੱਲ ਠੰਡਾ ਪਾਣੀ ਲਿਆਉਂਦੀਆਂ ਹਨ ਅਤੇ ਆਸਟ੍ਰੇਲੀਆ ਵੱਲ ਭਾਰੀ ਬਾਰਿਸ਼ ਹੁੰਦੀ ਹੈ। ਇਹ ਨਾਰਮਲ ਸਾਈਕਲ ਹੈ। ਪਰ ਅਲ ਨੀਨੋ ਦੌਰਾਨ ਇਹ ਹਵਾਵਾਂ ਕਮਜ਼ੋਰ ਪੈ ਜਾਂਦੀਆਂ ਨੇ। ਗਰਮ ਪਾਣੀ ਦੱਖਣੀ ਅਮਰੀਕਾ ਵੱਲ ਹੀ ਰੁਕ ਜਾਂਦਾ ਹੈ ਅਤੇ ਨਤੀਜਾ ਆਸਟ੍ਰੇਲੀਆ, ਦੱਖਣ ਪੂਰਬੀ ਏਸ਼ੀਆ ਅਤੇ ਆਪਣੇ ਭਾਰਤ ਵਰਗੇ ਖੇਤਰਾਂ ਵਿੱਚ ਸੋਕਾ ਪੈਣ ਲੱਗਦਾ ਹੈ ਅਤੇ ਮੌਨਸੂਨ ਕਮਜ਼ੋਰ ਹੋ ਜਾਂਦਾ ਹੈ। ਹੁਣ ਆਉਂਦੇ ਹਾਂ ਅਸਲ ਮੁੱਦੇ ਤੇ, 2026 ਦਾ ਉਹ ਵੱਡਾ ਖਤਰਾ ਜੋ ਸਾਡੇ ਵੱਲ ਵਧ ਰਿਹਾ ਹੈ। ਐਕਸਪਰਟਸ ਲਗਾਤਾਰ ਚੇਤਾਵਨੀ ਦੇ ਰਹੇ ਨੇ ਕਿ ਇਹ ਆਉਣ ਵਾਲਾ ਐਲ ਨੀਨੋ ਪਿਛਲੇ 140 ਸਾਲਾਂ ਦਾ ਸਭ ਤੋਂ ਗੰਭੀਰ ਰੂਪ ਲੈ ਸਕਦਾ ਹੈ ਅਤੇ ਇਸ ਵਿੱਚ ਸਭ ਤੋਂ ਡਰਾਉਣੀ ਚੀਜ਼ ਹੈ ਇਸ ਦੀ ਟਾਈਮਿੰਗ। ਅਮਰੀਕਾ ਦੀ ਏਜੰਸੀ ਨੋਆ ਦੀ ਤਾਜ਼ਾ ਰਿਪੋਰਟ ਅਨੁਸਾਰ ਮਈ ਤੋਂ ਜੁਲਾਈ 2026 ਦੇ ਵਿਚਕਾਰ ਐਲ ਨੀਨੋ ਬਣਨ ਦੇ 61% ਚਾਂਸ ਹਨ। ਹੁਣ ਧਿਆਨ ਦਿਓ, ਇਹ ਬਿਲਕੁਲ ਉਹੀ ਸਮਾਂ ਹੈ ਜਦੋਂ ਭਾਰਤ ਦਾ ਮਾਨਸੂਨ ਆਪਣੇ ਸਿਖਰ ਤੇ ਹੁੰਦਾ ਹੈ ਅਤੇ ਸਾਡੀ ਖੇਤੀਬਾੜੀ ਪੂਰੀ ਤਰ੍ਹਾਂ ਇਨ੍ਹਾਂ ਹੀ ਬਾਰਿਸ਼ਾਂ ਤੇ ਟਿਕੀ ਹੋਈ ਹੈ। ਸਭ ਤੋਂ ਹੈਰਾਨ ਕਰਨ ਵਾਲੀ ਗੱਲ ਤਾਂ ਤਾਪਮਾਨ ਦਾ ਆંકੜਾ ਹੈ। ਪਹਿਲਾਂ ਜਦੋਂ ਵੀ ਕਦੇ ਅਲ ਨੀਨੋ ਆਉਂਦਾ ਸੀ ਤਾਂ ਗਲੋਬਲ ਤਾਪਮਾਨ ਲਗਭਗ 1.5 ਡਿਗਰੀ ਤੱਕ ਵੱਧ ਜਾਂਦਾ ਸੀ। ਪਰ ਅੱਜਕੱਲ ਕਲਾਈਮੇਟ ਚੇਂਜ ਕਾਰਨ ਸਾਡੀ ਧਰਤੀ ਦਾ ਬੇਸਲਾਈਨ ਤਾਪਮਾਨ ਪਹਿਲਾਂ ਹੀ 1.4 ਡਿਗਰੀ ਵੱਧ ਚੁੱਕਿਆ ਹੈ। ਸੋ ਜਦੋਂ ਇਹ ਨਵਾਂ ਸੁਪਰ ਅਲ ਨੀਨੋ ਇਸ ਵਿੱਚ ਆ ਕੇ ਜੁੜੇਗਾ ਤਾਂ ਕੁੱਲ ਵਾਧਾ 2.9 ਡਿਗਰੀ ਸੈਲਸੀਅਸ ਤੱਕ ਪਹੁੰਚਣ ਦਾ ਅਨੁਮਾਨ ਹੈ। ਇਹ ਇੱਕ ਬਹੁਤ ਹੀ ਖਤਰਨਾਕ ਜੰਪ ਹੈ। ਇਸ ਕਨਸੈਪਟ ਨੂੰ ਇਦਾਂ ਸਮਝੋ, ਕਲਪਨਾ ਕਰੋ ਕਿ ਤੁਸੀਂ ਇੱਕ ਅਜਿਹੇ ਕਮਰੇ ਵਿੱਚ ਬੈਠੇ ਹੋ ਜਿੱਥੇ ਪਹਿਲਾਂ ਹੀ 40 ਡਿਗਰੀ ਦੀ ਭਿਆਨਕ ਗਰਮੀ ਹੈ ਅਤੇ ਕੋਈ ਬਾਹਰੋਂ ਆ ਕੇ ਉਸ ਕਮਰੇ ਵਿੱਚ ਹੀਟਰ ਵੀ ਚਲਾ ਦੇਵੇ। ਸੋਚ ਕੇ ਹੀ ਪਸੀਨਾ ਆਉਂਦਾ ਹੈ ਨਾ? ਬਸ ਬਿਲਕੁਲ ਇਹੀ ਕਲਾਈਮੇਟ ਚੇਂਜ ਅਤੇ ਸੁਪਰ ਅਲ ਨੀਨੋ ਦਾ ਮਿਸ਼ਰਣ ਸਾਡੀ ਧਰਤੀ ਅਤੇ ਸਾਡੇ ਨਾਲ ਕਰਨ ਵਾਲਾ ਹੈ। ਹੁਣ ਸਵਾਲ ਇਹ ਹੈ ਕਿ ਭਾਰਤ ਤੇ ਇਸ ਦਾ ਅਸਰ ਕਿਵੇਂ ਪਵੇਗਾ। ਆਪਾਂ ਇਸ ਨੂੰ 4 ਅਲੱਗ-ਅਲੱਗ ਪਰਤਾਂ ਯਾਨੀ ਲੇਅਰਸ ਵਿੱਚ ਵੰਡ ਕੇ ਦੇਖਦੇ ਹਾਂ। ਸਭ ਤੋਂ ਪਹਿਲੀ ਮਾਰ ਪਵੇਗੀ ਸਾਡੇ ਮਾਨਸੂਨ ਤੇ। ਜਿਵੇਂ ਹੀ ਬਾਰਿਸ਼ ਆਮ ਨਾਲੋਂ ਘੱਟ ਹੋਵੇਗੀ, ਦੂਜੀ ਲੇਅਰ ਟ੍ਰਿਗਰ ਹੋ ਜਾਵੇਗੀ ਯਾਨੀ ਖੇਤੀਬਾੜੀ, ਕਿਉਂਕਿ ਸਾਡੀ 51% ਖੇਤੀ ਸਿੱਧੀ ਮਾਨਸੂਨ ਤੇ ਨਿਰਭਰ ਕਰਦੀ ਹੈ, ਸੋ ਫਸਲਾਂ ਦਾ ਨੁਕਸਾਨ ਤੈਅ ਹੈ। ਇਸ ਦੇ ਨਾਲ ਹੀ ਤੀਜੀ ਲੇਅਰ ਵਿੱਚ ਹੀਟ ਵੇਵਸ ਯਾਨੀ ਗਰਮ ਹਵਾਵਾਂ ਦੇ ਨਵੇਂ ਰਿਕਾਰਡ ਬਣਨਗੇ ਅਤੇ ਅੰਤ ਵਿੱਚ ਇਹ ਸਭ ਮਿਲ ਕੇ ਚੌਥੀ ਲੇਅਰ ਬਣਾਉਣਗੇ ਮਹਿੰਗਾਈ, ਜਿੱਥੇ ਭੋਜਨ ਦੀਆਂ ਕੀਮਤਾਂ ਵਿੱਚ 9% ਤੱਕ ਦਾ ਭਾਰੀ ਉਛਾਲ ਆਉਣ ਦਾ ਡਰ ਹੈ। ਮਤਲਬ ਇਹ ਇੱਕ ਪੂਰੀ ਚੇਨ ਰਿਐਕਸ਼ਨ ਹੈ। ਪਰ ਗੱਲ ਸਿਰਫ ਖੇਤੀ ਦੀ ਨਹੀਂ ਹੈ। ਸ਼ਹਿਰੀ ਗਰਮੀ, ਮਜ਼ਦੂਰਾਂ ਦੇ ਹਾਲਾਤ ਅਤੇ ਸਾਡੀਆਂ ਸਰਕਾਰੀ ਨੀਤੀਆਂ ਦਾ ਵੀ ਇੱਕ ਵੱਖਰਾ ਹੀ ਪਹਿਲੂ ਹੈ। ਤੁਹਾਨੂੰ ਲੱਗਦਾ ਹੋਣਾ ਕਿ ਗਰਮੀ ਤਾਂ ਸਿਰਫ ਦਿਨ ਵੇਲੇ ਮਾਰਦੀ ਹੈ, ਰਾਈਟ? ਪਰ ਅਸਲ ਖਤਰਾ ਕਿਤੇ ਹੋਰ ਹੀ ਲੁਕਿਆ ਹੈ। 2024 ਵਿੱਚ ਦਿੱਲੀ ਦਾ ਡਾਟਾ ਦੇਖੋ। ਦਿਨ ਦਾ ਤਾਪਮਾਨ 1.8 ਡਿਗਰੀ ਵਧਿਆ, ਜਦਕਿ ਰਾਤ ਦਾ ਤਾਪਮਾਨ ਸਿੱਧਾ 4.4 ਡਿਗਰੀ ਵੱਧ ਗਿਆ। ਯਕੀਨ ਮੰਨੋ, ਰਾਤ ਦੀ ਗਰਮੀ ਦਿਨ ਨਾਲੋਂ ਕਿਤੇ ਜ਼ਿਆਦਾ ਜਾਨਲੇਵਾ ਹੁੰਦੀ ਹੈ, ਕਿਉਂਕਿ ਇਨਸਾਨੀ ਸਰੀਰ ਨੂੰ ਠੰਡਾ ਹੋਣ ਅਤੇ ਰਿਕਵਰ ਕਰਨ ਦਾ ਮੌਕਾ ਹੀ ਨਹੀਂ ਮਿਲਦਾ। ਅਜਿਹਾ ਹੁੰਦਾ ਕਿਉਂ ਹੈ? ਇਸ ਦੇ ਪਿੱਛੇ ਦਾ ਕਾਰਨ ਹੈ ਅਰਬਨ ਹੀਟ ਆਈਲੈਂਡ ਇਫੈਕਟ। ਸ਼ਹਿਰਾਂ ਵਿੱਚ ਵਿਛਿਆ ਹੋਇਆ ਇਹ ਸਾਰਾ ਕੰਕਰੀਟ ਦਿਨ ਵੇਲੇ ਧੁੱਪ ਦੀ ਸਾਰੀ ਗਰਮੀ ਸੋਖ ਲੈਂਦਾ ਹੈ ਅਤੇ ਫਿਰ ਰਾਤ ਨੂੰ ਹੌਲੀ-ਹੌਲੀ ਇੱਕ ਭੱਠੀ ਵਾਂਗ ਇਸ ਨੂੰ ਬਾਹਰ ਕੱਢਦਾ ਹੈ। ਉੱਪਰੋਂ ਲੱਖਾਂ ਏਸੀਜ਼ ਦੀ ਐਗਜ਼ੌਸਟ ਗਰਮੀ ਸਥਿਤੀ ਨੂੰ ਹੋਰ ਵੀ ਬੱਤਰ ਬਣਾ ਦਿੰਦੀ ਹੈ ਅਤੇ ਸਭ ਤੋਂ ਵੱਧ ਨੁਕਸਾਨ ਕੌਣ ਝੱਲਦਾ ਹੈ? ਉਹ ਲੋਕ ਜੋ ਏਸੀ ਦਾ ਖਰਚਾ ਨਹੀਂ ਚੁੱਕ ਸਕਦੇ।
ਹੁਣ ਜ਼ਰਾ ਉਹਨਾਂ 38 ਕਰੋੜ ਮਜ਼ਦੂਰਾਂ ਬਾਰੇ ਸੋਚੋ ਜੋ ਸਿੱਧਾ ਗਰਮੀ ਵਿੱਚ ਕੰਮ ਕਰਦੇ ਨੇ, ਜਿਵੇਂ ਰਿਕਸ਼ਾ ਚਾਲਕ, ਉਸਾਰੀ ਕਾਮੇ ਜਾਂ ਰੇਹੜੀ ਵਾਲੇ। ਇਹ ਅੰਕੜਾ ਤੁਹਾਡੇ ਹੋਸ਼ ਉਡਾ ਦੇਵੇਗਾ। ਤਾਪਮਾਨ ਵਿੱਚ ਸਿਰਫ 1 ਡਿਗਰੀ ਦੇ ਵਾਧੇ ਨਾਲ ਉਹਨਾਂ ਦੀ ਕਮਾਈ ਸਿੱਧੀ 14% ਘਟ ਜਾਂਦੀ ਹੈ ਅਤੇ ਜਦੋਂ ਹੀਟ ਵੇਵ ਚੱਲਦੀ ਹੈ ਤਾਂ ਇਹ ਗਿਰਾਵਟ 40% ਤੱਕ ਪਹੁੰਚ ਜਾਂਦੀ ਹੈ ਕਿਉਂਕਿ ਕੰਮ ਘੱਟ ਹੁੰਦਾ ਹੈ ਤੇ ਬਿਮਾਰੀ ਦਵਾਈਆਂ ਦਾ ਖਰਚਾ ਵੱਧ ਜਾਂਦਾ ਹੈ। ਇਹਨਾਂ ਲੋਕਾਂ ਕੋਲ ਨਾ ਤਾਂ ਕੋਈ ਹੈਲਥ ਇੰਸ਼ੋਰੈਂਸ ਹੁੰਦੀ ਹੈ ਤੇ ਨਾ ਹੀ ਕੋਈ ਪੱਕੀ ਕਾਨੂੰਨੀ ਸੁਰੱਖਿਆ। ਜੇ ਸਰਕਾਰੀ ਨੀਤੀਆਂ ਦੀ ਗੱਲ ਕਰੀਏ ਤਾਂ ਸਰੋਤਾਂ ਵਿੱਚ ਦਿੱਤੀ ਗਈ ਇੱਕ ਬੜੀ ਧਿਆਨ ਦੇਣ ਵਾਲੀ ਗੱਲ ਸਾਹਮਣੇ ਆਉਂਦੀ ਹੈ। ਤੁਹਾਨੂੰ ਸ਼ਾਇਦ ਸੁਣ ਕੇ ਅਜੀਬ ਲੱਗੇ, ਪਰ ਵਰਤਮਾਨ ਸਮੇਂ ਹੀਟ ਵੇਵਜ਼ ਯਾਨੀ ਗਰਮ ਹਵਾਵਾਂ ਨੂੰ ਭਾਰਤ ਦੀਆਂ 12 ਅਧਿਕਾਰਤ ਕੁਦਰਤੀ ਆਫਤਾਂ ਦੀ ਸੂਚੀ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ ਹੈ, ਭਾਵੇਂ ਕਿ ਅਸੀਂ ਸਭ ਜਾਣਦੇ ਹਾਂ ਕਿ ਇਹ ਹਰ ਸਾਲ ਕਿੰਨੀਆਂ ਜਾਨਾਂ ਲੈ ਰਹੀਆਂ ਹਨ। ਇਸ ਨੀਤੀਗਤ ਸਥਿਤੀ ਦਾ ਇੱਕ ਮੁੱਖ ਕਾਰਨ ਸਾਡੇ ਵਿੱਤੀ ਨਿਯਮਾਂ ਵਿੱਚ ਲੁਕਿਆ ਹੈ। ਅਸਲ ਵਿੱਚ ਜੇਕਰ ਹੀਟ ਵੇਵ ਨੂੰ ਇੱਕ ਅਧਿਕਾਰਿਕ ਆਫਤ ਐਲਾਨ ਦਿੱਤਾ ਜਾਵੇ ਤਾਂ ਨੈਸ਼ਨਲ ਡਿਜ਼ਾਸਟਰ ਰਿਸਪੌਂਸ ਫੰਡ ਦੇ ਨਿਯਮਾਂ ਅਨੁਸਾਰ ਇਸ ਨਾਲ ਹੋਣ ਵਾਲੀ ਹਰ ਪੁਸ਼ਟੀਸ਼ੁਦਾ ਮੌਤ ਲਈ 4 ਲੱਖ ਰੁਪਏ ਦਾ ਮੁਆਵਜ਼ਾ ਦੇਣਾ ਪਵੇਗਾ। ਇਹੀ ਕਾਰਨ ਹੈ ਕਿ ਆਪਾਂ ਅਕਸਰ ਦੇਖਦੇ ਹਾਂ ਕਿ ਵੱਖ-ਵੱਖ ਏਜੰਸੀਆਂ ਵਿੱਚ ਮੌਤਾਂ ਦੇ ਅੰਕੜਿਆਂ ਨੂੰ ਲੈ ਕੇ ਕਾਫੀ ਬਹਿਸ ਅਤੇ ਅਸਹਿਮਤੀ ਚੱਲਦੀ ਰਹਿੰਦੀ ਹੈ। ਖੈਰ, ਸਮੱਸਿਆਵਾਂ ਤਾਂ ਬਹੁਤ ਨੇ, ਪਰ ਫਿਰ ਬਚਾਅ ਦਾ ਰਸਤਾ ਕੀ ਹੈ? ਆਓ ਦੇਖਦੇ ਹਾਂ ਕਿ ਇਸ ਦਾ ਹੱਲ ਕੀ ਹੋ ਸਕਦਾ ਹੈ। ਸਭ ਤੋਂ ਸੌਖਾ, ਸਸਤਾ ਤੇ ਅਸਰਦਾਰ ਤਰੀਕਾ ਸਾਡੇ ਆਲੇ-ਦੁਆਲੇ ਹੀ ਹੈ, ਯਾਨੀ ਕਿ ਸਾਡੇ ਰੁੱਖ। ਅਧਿਐਨ ਸਾਫ਼ ਦੱਸਦੇ ਨੇ ਕਿ ਪੁਰਾਣੇ ਅਤੇ ਸੰਘਣੇ ਰੁੱਖ ਪੈਦਲ ਚੱਲਣ ਵਾਲੇ ਪੱਧਰ ਤੇ ਤਾਪਮਾਨ ਨੂੰ ਸਿੱਧਾ 12 ਡਿਗਰੀ ਸੈਲਸੀਅਸ ਤੱਕ ਘਟਾ ਸਕਦੇ ਹਨ। ਮਤਲਬ ਜੇ ਸੜਕ ਤੇ ਤਾਪਮਾਨ 47 ਡਿਗਰੀ ਹੈ ਤਾਂ ਇੱਕ ਚੰਗੇ ਰੁੱਖ ਦੀ ਛਾਂ ਹੇਠ ਇਹ 35 ਡਿਗਰੀ ਤੱਕ ਆ ਸਕਦਾ ਹੈ। ਇਹ ਕਿਸੇ ਏਸੀ ਤੋਂ ਘੱਟ ਨਹੀਂ ਹੈ। ਪਰ ਸਾਡਾ ਡਾਟਾ ਕੀ ਕਹਿੰਦਾ ਹੈ? ਬੜੀ ਨਿਰਾਸ਼ਾਜਨਕ ਤਸਵੀਰ ਹੈ। ਜੰਗਲਾਂ ਦੀ ਕਟਾਈ ਦਾ ਅਨੁਪਾਤ ਦੇਖੋ। ਜਿੱਥੇ ਵਿਕਾਸ ਅਤੇ ਮਾਈਨਿੰਗ ਦੇ ਨਾਮ ਤੇ 18 ਵਰਗ ਕਿਲੋਮੀਟਰ ਪੁਰਾਣੇ ਰੁੱਖ ਵੱਢੇ ਜਾ ਰਹੇ ਹਨ, ਉੱਥੇ ਉਸ ਦੇ ਬਦਲੇ ਸਿਰਫ 1 ਵਰਗ ਕਿਲੋਮੀਟਰ ਨਵੇਂ ਰੁੱਖ ਲਗਾਏ ਜਾ ਰਹੇ ਹਨ। 18 ਦੇ ਮੁਕਾਬਲੇ ਸਿਰਫ 1। ਇਹ ਇੰਨਾ ਵੱਡਾ ਅਸੰਤੁਲਨ ਹੈ ਜਿਸ ਦੀ ਕੀਮਤ ਆਪਾਂ ਸਭ ਤਾਪਮਾਨ ਵਧਣ ਦੇ ਰੂਪ ਵਿੱਚ ਚੁਕਾ ਰਹੇ ਹਾਂ। ਹੁਣ ਆਪਾਂ ਯਾਨੀ ਕਿ ਆਮ ਲੋਕ ਕੀ ਕਰ ਸਕਦੇ ਹਾਂ? ਕੁਝ ਬਹੁਤ ਹੀ ਪ੍ਰੈਕਟੀਕਲ ਕਦਮ ਨੇ। ਨਵੇਂ ਰੁੱਖ ਲਗਾਉਣਾ ਤਾਂ ਜ਼ਰੂਰੀ ਹੈ ਹੀ, ਪਰ ਜੋ ਮੌਜੂਦਾ ਪੁਰਾਣੇ ਰੁੱਖ ਨੇ ਉਹਨਾਂ ਨੂੰ ਕੱਟਣ ਤੋਂ ਬਚਾਉਣਾ ਸਭ ਤੋਂ ਵੱਧ ਜ਼ਰੂਰੀ ਹੈ। ਗਰਮੀਆਂ ਵਿੱਚ ਦੁਪਹਿਰ 12 ਤੋਂ 4 ਵਜੇ ਤੱਕ ਬੇਲੋੜਾ ਬਾਹਰ ਜਾਣ ਤੋਂ ਬਚੋ। ਆਪਣੇ ਕੋਲ ਹਮੇਸ਼ਾ ORS ਰੱਖੋ। ਇੱਕ ਛੋਟਾ ਜਿਹਾ ਕੰਮ ਹੋਰ ਕਰੋ, ਆਲੇ-ਦੁਆਲੇ ਕੰਮ ਕਰਦੇ ਮਜ਼ਦੂਰਾਂ ਨੂੰ ਠੰਡਾ ਪਾਣੀ ਜ਼ਰੂਰ ਪੇਸ਼ ਕਰੋ। ਅਤੇ ਹਾਂ, ਜਿੱਥੇ ਵੀ ਸੰਭਵ ਹੋਵੇ ਸੋਲਰ ਪੈਨਲ ਅਪਣਾਓ ਤਾਂ ਕਿ ਕੋਲੇ ਵਾਲੀ ਬਿਜਲੀ ਤੇ ਸਾਡੀ ਨਿਰਭਰਤਾ ਘਟੇ। ਜਾਂਦੇ-ਜਾਂਦੇ ਇਹ ਸਾਰਾ ਵਿਸ਼ਲੇਸ਼ਣ ਅਤੇ ਡਾਟਾ ਸਾਨੂੰ ਇੱਕ ਬਹੁਤ ਹੀ ਡੂੰਘੇ ਅਤੇ ਸੋਚਣ ਵਾਲੇ ਸਵਾਲ ਤੇ ਛੱਡ ਜਾਂਦਾ ਹੈ। ਜਿਸ ਖਤਰਨਾਕ ਰਫ਼ਤਾਰ ਨਾਲ ਧਰਤੀ ਦਾ ਬੇਸਲਾਈਨ ਤਾਪਮਾਨ ਵਧ ਰਿਹਾ ਹੈ, ਕੀ 2026 ਜਾਂ ਉਸ ਤੋਂ ਬਾਅਦ ਪੈਦਾ ਹੋਣ ਵਾਲੀ ਪੀੜ੍ਹੀ ਕਦੇ ਇਹ ਜਾਣ ਸਕੇਗੀ ਕਿ 30 ਜਾਂ 35 ਡਿਗਰੀ ਵਾਲੀ ਉਹ ਪੁਰਾਣੀ ਆਮ ਗਰਮੀ ਕੀ ਹੁੰਦੀ ਸੀ? ਜਾਂ ਫਿਰ ਉਹਨਾਂ ਲਈ ਗਰਮੀ ਦਾ ਮਤਲਬ ਹਮੇਸ਼ਾ 45 ਡਿਗਰੀ ਤੋਂ ਉੱਪਰ ਦਾ ਇਹ ਜਾਨਲੇਵਾ ਤਾਪਮਾਨ ਹੀ ਰਹਿ ਜਾਵੇਗਾ? ਸੋਚਿਓ ਜ਼ਰੂਰ। ਇਸ ਤੇ ਅੱਜ ਹੀ ਐਕਸ਼ਨ ਲੈਣਾ ਪਵੇਗਾ। ਸਾਡੇ ਨਾਲ ਜੁੜਨ ਲਈ ਅਤੇ ਇਸ ਮਹੱਤਵਪੂਰਨ ਜਾਣਕਾਰੀ ਨੂੰ ਸਮਝਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।